ਕਈ ਢਾਡੀ ਆਪਣੀ ਛੈਣੇ ਵਜਾਉਣ ਲੱਗ ਪਏ, ਢੋਲ ਵਜਾਉਣ ਲੱਗ ਪਏ, ਪੈੜ ਵਜਾਉਣ ਲੱਗ ਪਏ। ਮੈਂ ਸਮਝਦਾ ਹਾਂ ਤਬਲਾ ਵੱਜਣ ਲੱਗ ਪਿਆ। ਮੈਂ ਸਮਝਦਾ ਵੀ ਇਹ ਢਾਡੀ ਕਲਾ ਦੀ ਦਿੱਖ ਖਰਾਬ ਕਰਨ ਵਾਲੀ ਗੱਲ ਹੈ, ਕਿਉਂਕਿ ਜਿਹੜੇ ਪੁਰਾਤਨ ਢਾਡੀ ਸੀ ਉਹ ਖੁਦ ਲਿਖਦੇ ਵੀ ਸੀ, ਪੜ੍ਹਦੇ ਸੀ ਔਰ ਵਿਚਾਰਦੇ ਸੀ, ਇਤਿਹਾਸਕ ਗੱਲਾਂ ਕਰਦੇ ਸੀ ਔਰ ਪੂਰੀ ਤਰ੍ਹਾਂ ਐਂ ਤਿਆਰ ਹੋ ਕੇ ਸਟੇਜ 'ਤੇ ਆਉਂਦੇ ਸੀ। ਲੇਕਿਨ ਅੱਜ ਢਾਡੀ ਮਿਹਨਤ ਉਨੀ ਨਹੀਂ ਕਰਦੇ ਜਿੰਨੀ ਪੁਰਾਤਨ ਢਾਡੀ ਕਰਦੇ ਸੀ। ਫਾਸਟ ਫੂਡ ਦਾ ਜ਼ਮਾਨਾ ਹੈ ਜੀ। ਸੋ ਫਾਸਟ ਫੂਡ ਦੇ ਜ਼ਮਾਨੇ ਦੇ ਵਿੱਚ ਵੀ ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਅਤੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਔਰ ਹੋਣੀਆਂ ਵੀ ਚਾਹੀਦੀਆਂ। ਪਰ ਮੈਂ ਇਹ ਸਮਝਦਾ ਵੀ ਜੇ ਢਾਡੀ ਕਲਾ ਦੀ ਦਿੱਖ ਵਿਗਾੜ ਕੇ ਤਬਦੀਲੀ ਕੀਤੀ ਜਾਵੇ ਉਹ ਕੋਈ ਸਾਨੂੰ ਸ਼ੋਭਨੀਕ ਨਹੀਂ। ਅਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਵੀ ਦੇਖੋ ਪੰਜਾਬੀਆਂ ਦਾ ਮਰਹੂਮ ਲੋਕ ਗਾਇਕ ਕੁਲਦੀਪ ਮਾਣਕ ਉਹ ਢਾਡੀਆਂ ਦੀਆਂ ਕਲੀਆਂ ਗਾ ਗਾ ਕੇ ਕਲੀਆਂ ਦਾ ਹੀ ਬਾਦਸ਼ਾਹ ਬਣ ਗਿਆ, ਲੇਕਿਨ ਸਾਡੇ ਢਾਡੀਆਂ ਨੇ ਕਲੀਆਂ ਗਾਉਣੀਆਂ ਛੱਡ ਦਿੱਤੀਆਂ। ਅਜੋਕੇ ਗਾਇਕ ਨੇ ਜਿਹੜੇ ਢਾਡੀ ਵਾਰਾਂ ਗਾਉਂਦੇ ਨੇ, ਇਹ ਖੁਦ ਹੁਣ ਤਿਲਾਂਜਲੀ ਦੇ ਕੇ ਉਸ ਕਲਾ ਨੂੰ ਗਾਇਕੀ ਦੇ ਵੱਲ ਜਾ ਰਹੇ ਨੇ। ਸਾਡੇ ਇੱਕ ਹਰਭਜਨ ਮਾਨ ਢਾਡੀ ਸੀ, ਦੁਰਗਾ ਰੰਗੀਲਾ ਢਾਡੀ ਸੀ, ਨਿਰਮਲ ਸਿੱਧੂ ਢਾਡੀ ਸੀ, ਲਾਭ ਹੀਰਾ ਢਾਡੀ ਸੀ, ਸਰਦੂਲ ਸਿਕੰਦਰ ਬਾ ਕਮਾਲ ਰਾਗੀ ਸੀ। ਸਾਡੇ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ ਐਵੇਂ 5-5 10-10 ਰੁਪਏ ਪਿੱਛੇ ਜਲੀਲ ਕਰਨਾ, ਉਹਨਾਂ ਨੇ ਸੋਚਿਆ ਇਹੋ ਜਿਹੀ ਜਲਾਲਤ ਨਾਲ ਤਾਂ ਕਲਾਕਾਰ ਬਣੋ। ਜਿਹੜੀਆਂ ਸਰਕਾਰਾਂ ਇਹ ਤਾਂ ਪਹਿਲੀ ਗੱਲ ਵੀ ਢਾਡੀਆਂ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕਰਦੀਆਂ, ਇਹਨਾਂ ਦੀ ਬੇਰੁਖੀ ਇਸ ਕਲਾ ਪ੍ਰਤੀ। ਜੇ ਤੁਸੀਂ ਮਾਣ ਸਤਿਕਾਰ ਢਾਡੀ ਨੂੰ ਦਿਓਗੇ ਤਾਂ ਉਹ ਜ਼ਰੂਰ ਢਾਡੀ ਕਲਾ ਦੇ ਖੇਤਰ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਦੇਗਾ, ਨਹੀਂ ਤਾਂ ਉਹਦਾ ਦਿਲ ਦੁਖੀ ਹੋ ਕੇ ਆਪਣੇ ਪੁੱਤਰ ਨੂੰ ਵੀ ਉਹ ਢਾਡੀ ਬਣਨ ਤੋਂ ਰੋਕੇਗਾ। ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਪੰਜਾਬੀ ਸਾਥ ਲੈ ਕੇ ਹਾਜ਼ਰ ਹਾਂ। ਮੈਂ ਰਮਨੀਕ ਕੌਰ ਤੇ ਮੇਰੇ ਨਾਲ ਨੇ ਚਰਨਜੀਤ ਜੋਗੀ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਹੀ ਵਧੀਆ, ਤੁਸੀਂ ਸੁਣਾਓ? ਬਿਲਕੁਲ ਜੀ, ਮੈਂ ਵੀ ਬਹੁਤ ਵਧੀਆ। ਔਰ ਸਾਡੇ ਪੰਜਾਬੀ ਨੈਸ਼ਨਲ ਟੀਵੀ ਦੇ तमाम ਦਰਸ਼ਕਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਪੰਜਾਬੀ ਸਾਥ ਦੇ ਵਿੱਚ। ਔਰ ਜੇਕਰ ਗੱਲ ਸੱਥ ਦੀ ਹੈ ਤੇ ਉੱਪਰੋਂ ਹੈ ਵੀ ਪੰਜਾਬੀ, ਤੇ ਪੰਜਾਬੀ ਸੱਥ ਦੇ ਵਿੱਚ ਗੱਲਾਂ ਅਸੀਂ ਹਰ ਤਰ੍ਹਾਂ ਦੀਆਂ ਕਰੀਦੀਆਂ। ਬਿਲਕੁਲ ਜੀ, ਕਲਾ ਦੀ ਗੱਲ ਹੁੰਦੀ ਹੈ, ਸਾਹਿਤ ਦੀ ਗੱਲ ਹੁੰਦੀ ਹੈ, ਆਲੇ ਦੁਆਲੇ ਦੀ ਗੱਲ ਹੁੰਦੀ ਹੈ, ਰਾਜਨੀਤੀ ਦੀ ਗੱਲ ਹੁੰਦੀ ਹੈ, ਪੰਜਾਬ ਦੀ ਆਰਥਿਕਤਾ ਦੀ। ਹਰ ਮੁੱਦੇ ਨੂੰ ਅਸੀਂ ਛੋਹਨੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਜਦੋਂ ਕਲਾ ਦੀ ਗੱਲ ਆਉਂਦੀ ਹੈ ਤੇ ਬੀਰ ਰਸ ਦੇ ਨਾਲ ਭਰਪੂਰ ਢਾਡੀ ਕਲਾ ਦਾ ਜ਼ਿਕਰ ਵੀ ਸਾਡੇ ਪੰਜਾਬ ਦੀਆਂ ਪੁਰਾਣੀਆਂ ਕਲਾਵਾਂ ਦੇ ਵਿੱਚ ਆਉਂਦਾ ਹੈ। ਬਿਲਕੁਲ ਜੀ, ਜਦੋਂ ਅਸੀਂ ਢਾਡੀ ਕਲਾ ਦੀ ਗੱਲ ਕਰਦੇ ਹਾਂ ਨਾ ਤੇ ਸਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਢਾਡੀ ਜਿਹੜੇ ਆ ਉਹਨਾਂ ਦੇ ਗਾਉਣ ਦੀਆਂ ਸ਼ੈਲੀਆਂ, ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਸਾਡੇ ਦਿਲੋਂ ਦਿਮਾਗ ਦੇ ਵਿੱਚ ਦੌੜਨ ਲੱਗ ਪੈਂਦੀਆਂ ਨੇ, ਗੂੰਜਦੀਆਂ ਨੇ। ਔਰ ਜੇਕਰ ਮੈਂ ਗੱਲ ਕਰਾਂ ਇੱਕ ਉਸ ਸ਼ਖਸ ਦੀ ਕਿ ਜਿਹਨੇ ਢਾਡੀ ਕਲਾ ਨੂੰ ਬਹੁਤ ਕੁਝ ਦਿੱਤਾ ਵੀ ਹੈ ਔਰ ਢਾਡੀ ਕਲਾ ਤੋਂ ਬਹੁਤ ਕੁਝ ਲਿਆ ਵੀ ਹੈ, ਔਰ ਉਹ ਢਾਡੀ ਜਿਹਨੂੰ ਕਿ ਪੰਜਾਬ ਦਾ ਬੱਚਾ ਮੁਹੱਬਤ ਕਰਦਾ ਸੀ, ਸਤਿਕਾਰ ਦਿੰਦਾ ਸੀ, ਔਰ ਉਹ ਢਾਡੀ ਸੀ ਸਰਦਾਰ ਦਇਆ ਸਿੰਘ ਦਿਲਬਰ ਜੀ। ਦਿਲਬਰ ਸਾਹਿਬ ਇੰਨੇ ਵੱਡੇ ਢਾਡੀ ਸੀ ਨਾ ਕਿ ਲੋਕ ਉਹਨਾਂ ਨੂੰ ਸਾਹ ਰੋਕ ਕੇ ਸੁਣਿਆ ਕਰਦੇ ਸੀ। ਔਰ ਉਹਨਾਂ ਦੀ ਢਾਡੀ ਕਲਾ ਜਿਹੜੀ ਆ ਉਹ ਉੱਥੇ ਹੀ ਉਹਨਾਂ ਦੇ ਚਲੇ ਜਾਣ ਦੇ ਨਾਲ ਸਗੋਂ ਖਤਮ ਨਹੀਂ ਹੋਈ, ਹੋਰ ਵੀ ਜ਼ਿਆਦਾ ਵੱਧ ਗਈ ਜਦੋਂ ਉਹਨਾਂ ਦੇ ਫਰਜ਼ੰਦ ਯਾਨੀ ਕੁਲਜੀਤ ਸਿੰਘ ਦਿਲਬਰ ਇਸ ਫੀਲਡ ਦੇ ਵਿੱਚ ਆਉਂਦੇ ਨੇ। ਤਾਂ ਅੱਜ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਸੱਥ ਦੇ ਵਿੱਚ ਗਿਆਨੀ ਕੁਲਜੀਤ ਸਿੰਘ ਦਿਲਬਰ ਸਾਡੇ ਨਾਲ ਨੇ ਜੀ। ਗਿਆਨੀ ਕੁਲਜੀਤ ਸਿੰਘ ਦਿਲਬਰ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤੁਹਾਡਾ ਨਿੱਘਾ ਸਵਾਗਤ। ਸਭ ਤੋਂ ਪਹਿਲੇ ਪੰਜਾਬੀ ਨੈਸ਼ਨਲ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਢਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਲਬਰ ਸਾਹਿਬ, ਆਪਾਂ ਗੱਲ ਕਰੀਏ ਕਿਉਂਕਿ ਤੁਸੀਂ ਉਸ ਫੁਲਵਾੜੀ ਦੇ ਵਿੱਚੋਂ ਜਿਹਦਾ ਪੰਜਾਬੀਆਂ ਨੇ ਔਰ ਸਿੱਖ ਜਗਤ ਨੇ ਬਹੁਤ ਵੱਡਾ ਲਾਹਾ ਲਿਆ, ਬਹੁਤ ਮਹਿਕ ਮਾਣੀ ਹੈ। ਦਿਲਬਰ ਸਾਹਿਬ ਨੂੰ ਜਦੋਂ ਕਹਿੰਦੇ ਸੁਣਿਆ ਕਰਦੇ ਸੀ ਤਾਂ ਸਾਰਾ ਪੰਡਾਲ ਸਾਹ ਰੋਕ ਕੇ ਸੁਣਿਆ ਕਰਦੇ ਸੀ। ਤੇ ਜੇਕਰ ਅਸੀਂ ਇਸ ਢਾਡੀ ਕਲਾ ਦੀ ਗੱਲ ਕਰੀਏ ਤੇ ਢਾਡੀ ਕਲਾ ਕਿੰਨੇ ਕੁ ਪੁਰਾਣੀ ਹੈ, ਕਿੱਥੋਂ ਕਿਹਦਾ ਮੁੱਢ ਵੱਜਦਾ ਹੈ? ਵੇਖੋ ਯੋਗੀ ਸਾਹਿਬ, ਢਾਡੀ ਕਲਾ ਉਨੀ ਪੁਰਾਣੀ ਹੈ ਜਿੰਨੀ ਕਿ ਮਨੁੱਖੀ ਸੱਭਿਅਤਾ। ਇਤਿਹਾਸ ਇਹ ਗੱਲ ਕਹਿੰਦਾ ਵੀ ਇਹ ਅਲਾਉਦੀਨ ਖਿਲਜੀ ਦੇ ਸਮੇਂ ਪੰਜਾਬ ਦੇ ਵਿੱਚ ਆਈ।
ਸ਼ਾਇਦ ਉਸ ਵੇਲੇ ਢਾਡੀ ਸ਼ਬਦ ਨਾ ਵੀ ਵਰਤਿਆ ਜਾਂਦਾ ਹੋਵੇ। ਫਿਰ ਇਹਦੀਆਂ ਜੜ੍ਹਾਂ ਜਿਹੜੀਆਂ ਸੀ ਉਹ ਰਾਜਸਥਾਨ 'ਚ ਫੈਲੀਆਂ ਜੀ, ਕਿਉਂਕਿ ਮਨੁੱਖੀ ਕਬੀਲਿਆਂ ਵਿੱਚ ਰਹਿੰਦਾ ਸੀ। ਸਰਦਾਰੀ ਨੂੰ ਲੈ ਕੇ ਲੜਾਈਆਂ ਹੋਣੀਆਂ, ਔਰ ਜਿਹਨੇ ਜਿੱਤ ਜਾਣਾ ਉਹਨੇ ਖੁਸ਼ੀਆਂ ਮਨਾਉਣੀਆਂ, ਜਿਹਨੇ ਹਾਰ ਜਾਣਾ। ਫਿਰ ਉਹਦੀ ਅਣਖ ਨੂੰ ਟੁੰਬਣ ਵਾਸਤੇ ਕਲਾਕਾਰਾਂ ਦੀ ਲੋੜ ਪੈਂਦੀ। ਫਿਰ ਇਹ ਭੱਟ ਲੋਕ ਉਹਨਾਂ ਦੇ ਵੱਡੇ ਵਡੇਰੀਆਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਵਿੱਚ ਉਤਸ਼ਾਹਤ ਭਰਦੇ, ਉਹ ਫਿਰ ਵੀਰ ਰਸ ਭਰਦੇ, ਫਿਰ ਉਹ ਲੜਾਈਆਂ ਕਰਨ ਵਾਸਤੇ ਤਿਆਰ ਹੋ ਜਾਂਦੇ। ਇਹਨਾਂ ਲੋਕਾਂ ਵਾਸਤੇ ਫਿਰ ਘੜਕਾ ਸ਼ਬਦ ਪਿਆ। ਘੜਕਾ ਉਸ ਵੇਲੇ ਇਹਨਾਂ ਦੇ ਸਾਜ਼ ਹੁੰਦੇ ਸੀ ਸਰੰਦਾ ਤੇ ਮਰਦੰਗ। ਬਾਅਦ ਵਿੱਚ ਇਹ ਜਦੋਂ ਲੋਕ ਪੰਜਾਬ ਵਿੱਚ ਆਏ, ਇਹਨਾਂ ਦੇ ਰੂਪ ਬਦਲ ਗਿਆ। ਇਹਨਾਂ ਦੀ ਸਰੰਦੇ ਦੀ ਜਗ੍ਹਾ ਸਰੰਗੀ ਨੇ ਲੈ ਲਈ, ਮਰਦੰਗ ਦੀ ਜਗ੍ਹਾ ਢੱਡ ਨੇ ਲੈ ਲਈ, ਔਰ ਇੱਧਰ ਪੰਜਾਬ ਵਿੱਚ ਆਣ ਕੇ ਲੋਕ ਢਾਡੀ ਬਣ ਗਏ। ਔਰ ਢਾਡੀ ਸ਼ਬਦ ਜਿਹੜਾ ਹੈ ਇਹ ਸਭ ਤੋਂ ਪਹਿਲੇ ਬਾਬਾ ਨਾਮਦੇਵ ਜੀ ਨੇ ਵਰਤੋਂ ਵਿੱਚ ਲਿਆਂਦਾ ਹੈ। ਅੱਛਾ ਜੀ। ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਡੀ ਅਖਵਾ ਕੇ ਮਰਦਾਨਾ ਜੀ ਨੂੰ ਨਾਲ ਲੈ ਕੇ ਅਕਾਲ ਪੁਰਖ ਦੇ ਰੱਜ ਕੇ ਸੋਲੇ ਗਾਏ। ਔਰ ਗੁਰੂ ਨਾਨਕ ਸਾਹਿਬ ਨੇ ਕਿਹਾ, ਹਮ ਢਾਡੀ ਹਰ ਪ੍ਰਭ ਖਸਮ ਕਾ ਨਿਤ ਗਾਵੇ ਹਰ ਗੁਣ ਸ਼ੰਤਾ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਪੁਰਾਤਨ ਸਮੇਂ ਤੋਂ ਲੈ ਕੇ ਜੋ ਢਾਡੀ ਕਲਾ ਪ੍ਰਚਲਿਤ ਹੈ, ਅਜੋਕੇ ਸਮੇਂ ਦੇ ਵਿੱਚ ਤੇ ਪੁਰਾਣੀ ਸਭਿਅਤਾ ਦੇ ਵਿੱਚ ਕਲਾ ਦੇ ਵਿੱਚ ਕਿੰਨਾ ਕੁ ਫਰਕ ਆਇਆ? ਦੇਖੋ ਜੀ, ਬੜਾ ਫਰਕ ਹੈ। ਜਿਹੜੇ ਪਹਿਲੇ ਢਾਡੀ ਸੀ, ਪਹਿਲੀ ਤਾਂ ਮੈਂ ਉਹ ਗੱਲ ਕਰਾਂ ਵੀ ਜਿਹੜੇ ਪਹਿਲੇ ਢਾਡੀ ਸੀ ਉਹ ਤਕਰੀਬਨ ਨਾ ਤੇ ਪੈਸੇ ਕਰਦੇ ਸੀ, ਨਾ ਉਹਨਾਂ ਨੇ ਸਾਈਕਲਾਂ ਤੇ ਜਾਣਾ, ਨਾ ਉਹਨਾਂ ਦੀ ਕੋਈ ਡਰੈਸ ਹੁੰਦੀ ਸੀ। ਜਿੰਨੇ ਮਰਜੀ ਸਰੰਗੀ ਵਾਲੇ ਨੇ ਹੋਰ ਡਰੈਸ ਪਾ ਲੈਣੀ, ਢਾਡੀ ਨੇ ਹੋਰ ਪਾ ਲੈਣੀ, ਪ੍ਰਚਾਰਕ ਨੇ ਹੋਰ ਪਾ ਲੈਣੀ, ਕੋਈ ਇਸ ਤਰ੍ਹਾਂ ਦਾ ਨਹੀਂ ਸੀ ਹੁੰਦਾ। ਲੇਕਿਨ ਅੱਜ ਜੇ ਅਜੋਕੇ ਸਮੇਂ ਨੂੰ ਵੇਖੀਏ ਤੇ ਅੱਜ ਜਿਹੜਾ ਢਾਡੀ ਉਹ ਵੈਲ ਡਰੈਸਡ ਹੋ ਕੇ ਸਟੇਜ ਤੇ ਆਉਂਦਾ ਹੈ। ਇੱਕੋ ਜਿਹੀਆਂ ਡਰੈਸਾਂ, ਇੱਕੋ ਜਿਹੀਆਂ ਜਾਕਟਾਂ, ਇੱਕੋ ਜਿਹੀਆਂ ਪੱਗਾਂ, ਜਦੋਂ ਸਟੇਜ ਤੇ ਖੜਦੇ ਆ ਤੇ ਪੂਰੀ ਫੱਬਤ ਬਣਦੀ ਹੈ ਢਾਡੀਆਂ ਦੀ। ਸੋ ਇਹ ਸਭ ਤੋਂ ਵੱਡਾ ਬਦਲਾਅ ਇਹ ਹੈ। ਫਿਰ ਪੁਰਾਤਨ ਢਾਡੀ ਜਿਹੜੇ ਸੀ ਉਹ ਪੈਸੇ ਨਹੀਂ ਸੀ ਕਰਦੇ, ਲੇਕਿਨ ਅੱਜ ਢਾਡੀ ਜਿਹੜਾ ਇਹ ਇੱਕ ਰੁਜ਼ਗਾਰ ਦਾ ਸਾਧਨ ਹੋਣ ਕਰਕੇ ਢਾਡੀ ਪੂਰੀ ਮੰਗਦੇ ਆ ਪੈਸੇ ਲੋਕਾਂ ਤੋਂ, ਜੀ ਸਾਨੂੰ ਇੰਨੇ ਪੈਸੇ ਚਾਹੀਦੀ, ਸਾਡੀ ਅਸੀਂ ਮਿਹਨਤ ਕਰਦੇ ਹਾਂ। ਜੀ ਦੇਖੋ, ਇਸ ਮੁੱਦੇ ਵੱਲ ਵੀ ਆਪਾਂ ਜਾਵਾਂਗੇ। ਪਹਿਲਾਂ ਅਸੀਂ ਗੱਲ ਉੱਥੋਂ ਹੀ ਤੋਰ ਲਈਏ ਕਿ ਜਿਵੇਂ ਤੁਸੀਂ ਦੱਸਿਆ ਕਿ ਢਾਡੀ ਜਿਹੜੇ ਆ ਹੌਲੀ ਹੌਲੀ ਬਦਲਾਅ ਹੁੰਦਾ ਗਿਆ। ਚਲੋ ਪੁਸ਼ਾਕਾਂ ਪਾ ਲਈਆਂ ਵਧੀਆ ਵਧੀਆ, ਸੋਹਣੀ ਫੱਬਤ ਜਿਹੜੀ ਆ ਉਹ ਜਦੋਂ ਪੰਡਾਲਾਂ ਦੇ ਵਿੱਚ, ਜਦੋਂ ਦਰਬਾਰਾਂ ਦੇ ਵਿੱਚ ਢਾਡੀ ਜਥੇ ਆਉਂਦੇ ਨੇ, ਸੋਹਣੇ ਲੱਗਦੇ ਨੇ, ਚੰਗੇ ਲੱਗਦੇ ਨੇ। ਔਰ ਫਿਰ ਜੇਕਰ ਅਸੀਂ ਗੱਲ ਕਰੀਏ ਕਿ ਸੰਗੀਤਕ ਤੌਰ ਤੇ, ਕਿਉਂਕਿ ਢਾਡੀ ਕਲਾ ਦੇ ਨਾਲ ਸੰਗੀਤ ਵੀ ਜੁੜਿਆ ਹੋਇਆ, ਸੰਗੀਤਕ ਤੌਰ ਤੇ ਕੀ ਕੀ ਤਬਦੀਲੀਆਂ ਆ ਗਈਆਂ? ਕੀ ਉਹ ਤਬਦੀਲੀਆਂ ਜਿਹੜੀਆਂ ਉਹ ਵਾਜਬ ਸੀ? ਵੇਖੋ, ਜੋ ਢਾਡੀਆਂ ਦੀ ਅਸਲ ਦਿੱਖ ਹੈ ਉਹ ਹੈ ਇੱਕ ਸਰੰਗੀ, ਦੋ ਢੱਡਾਂ। ਪ੍ਰਚਾਰਕ ਨੇ ਪ੍ਰਚਾਰ ਕਰਨਾ, ਸਰੰਗੀ ਵਾਲੇ ਨੇ ਆਪਣੀ ਕਲਾ ਦਿਖਾਉਣੀ, ਢਾਡੀਆਂ ਨੇ ਆਪਣੀ ਕਲਾ ਦਿਖਾਉਣੀ ਹੈ। ਲੇਕਿਨ ਅੱਜ ਦਾ ਜੋ ਅਜੋਕਾ ਸਮਾਂ, ਕਈ ਢਾਡੀ ਆਪਣੀ ਛੈਣੇ ਵਜਾਉਣ ਲੱਗ ਪਏ, ਢੋਲ ਵਜਾਉਣ ਲੱਗ ਪਏ, ਪੈੜ ਵਜਾਉਣ ਲੱਗ ਪਏ, ਮੈਂ ਸਮਝਦਾ ਤਬਲਾ ਵੱਜਣ ਲੱਗ ਪਿਆ। ਮੈਂ ਸਮਝਦਾ ਵੀ ਇਹ ਢਾਡੀ ਕਲਾ ਦੀ ਦਿੱਖ ਖਰਾਬ ਕਰਨ ਵਾਲੀ ਗੱਲ ਹੈ। ਤੁਸੀਂ ਵੇਖੋ ਵੀ ਜਿੰਨੇ ਲੋਕ ਗਾਇਕ ਹੈ ਉਹਨਾਂ ਦੇ ਗੀਤਾਂ ਦੇ ਵਿੱਚ ਢੱਡ ਵੀ ਵੱਜ ਰਹੀ ਆ, ਸਰੰਗੀ ਵੀ ਵੱਜ ਰਹੀ ਹੈ। ਲੇਕਿਨ ਅਸਲ ਵਿੱਚ ਜਿਹੜੇ ਇਹਦੇ ਵਾਰਸ ਨੇ ਇਹਨਾਂ ਨੂੰ ਅੱਖਾਂ ਤੋਂ ਓਹਲੇ ਕੀਤਾ ਜਾ ਰਿਹਾ ਹੈ। ਸੋ ਜਿਹੜਾ ਸੰਗੀਤ ਹੈ ਨਾ, ਢਾਡੀ ਸੰਗੀਤ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਅੱਜ ਬਾਲੀਵੁੱਡ ਦਾ ਸੰਗੀਤ ਜਿਹੜਾ ਹੈ ਉਹ ਢਾਡੀ ਕਲਾ ਦੇ ਆਧਾਰ ਤੇ ਤਿਆਰ ਕੀਤਾ ਜਾਂਦਾ ਹੈ। ਔਰ ਕਈ ਜਿੱਦਾਂ ਢਾਡੀ ਕਲਾ ਦੇ ਰੰਗ ਨੇ, ਸਾਕਾ ਮਿਰਜ਼ਾ, ਪੂਰਨ ਬੈਂਤ, ਢਾਈਆ, ਰਸਾਲੂ ਬੈਂਤ, ਸੋ ਇਹਨਾਂ ਚੀਜ਼ਾਂ ਵੱਲੇ ਵੇਖ ਕੇ ਅੱਜ ਬਾਲੀਵੁੱਡ ਦਾ ਸੰਗੀਤ ਵੀ ਤਿਆਰ ਹੋ ਰਿਹਾ ਹੈ। ਜਿਹੜਾ ਢਾਡੀ ਕਲਾ ਤੋਂ ਬਾਲੀਵੁੱਡ ਦਾ ਸੰਗੀਤ ਵੀ ਪ੍ਰਭਾਵਿਤ ਹੈ, ਉਹ ਢਾਡੀ ਕਲਾ ਅੱਜ ਦੇ ਸਮੇਂ ਦੇ ਵਿੱਚ ਕਿੱਥੇ ਕੁ ਖੜੀ ਹੈ? ਦੇਖੋ, ਜਿਹੜੀ ਅੱਜ ਦੀ ਢਾਡੀ ਕਲਾ ਹੈ, ਸਭ ਤੋਂ ਪਹਿਲਾਂ ਮੈਂ ਕਹਿਣਾ ਹੁੰਦਾ ਵੀ ਢਾਡੀਆਂ ਵਾਸਤੇ ਮਿਹਨਤ, ਸਿਰੜ ਔਰ ਸਿਦਕ ਦੀ ਲੋੜ ਹੈ। ਕਿਉਂਕਿ ਢਾਡੀ ਕਲਾ ਮਿਹਨਤ ਮੰਗਦੀ ਹੈ। ਔਰ ਜਿਹੜੀ ਢਾਡੀ ਕਲਾ ਹੈ, ਜਿੰਨੀ ਮਿਹਨਤ ਕਰੋਗੇ, ਮੈਂ ਕਹਿੰਦਾ ਹੁੰਦਾ ਵੀ ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਮੱਥੇ ਤੇ ਜਿਹੜਾ ਪਸੀਨਾ ਆਉਂਦਾ ਹੈ ਨਾ, ਉਹ ਬੰਦੇ ਦੀਆਂ ਤਕਦੀਰਾਂ ਬਦਲਦਾ ਹੈ। ਅੱਜ ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਕਿਉਂਕਿ ਜਿਹੜੇ ਪੁਰਾਤਨ ਢਾਡੀ ਸੀ ਉਹ ਖੁਦ ਲਿਖਦੇ ਵੀ ਸੀ, ਪੜ੍ਹਦੇ ਸੀ ਔਰ ਵਿਚਾਰਦੇ ਸੀ, ਇਤਿਹਾਸਕ ਗੱਲਾਂ ਕਰਦੇ ਸੀ ਔਰ ਪੂਰੀ ਤਰ੍ਹਾਂ ਤਿਆਰ ਹੋ ਕੇ ਸਟੇਜ ਤੇ ਆਉਂਦੇ ਸੀ। ਲੇਕਿਨ ਅੱਜ ਢਾਡੀ
ਮਿਹਨਤ ਉਨੀ ਨਹੀਂ ਕਰਦੇ ਜਿੰਨੀ ਪੁਰਾਤਨ ਢਾਡੀ ਕਰਦੇ ਸੀ। ਜੀ ਪੁਰਾਤਨ ਢਾਡੀ ਜਿਹੜੇ ਬਹੁਤ ਵੱਡੇ ਪੱਧਰ ਤੇ ਮਿਹਨਤ ਕਰਿਆ ਕਰਦੇ ਸੀ, ਇਤਿਹਾਸ ਨੂੰ ਵਾਚਦੇ ਸੀਗੇ, ਪੜ੍ਹਦੇ ਸੀਗੇ, ਫਿਰ ਆਪਣੇ ਮਨ ਦੇ ਵਿੱਚ ਵਸਾਉਂਦੇ ਸੀ, ਫਿਰ ਉਸੇ ਹੀ ਇਤਿਹਾਸ ਤੋਂ ਦੂਸਰੇ ਲੋਕ ਜਿਹੜੇ ਸੀਗੇ ਸੰਗਤ ਨੂੰ ਵੀ ਵਾਕਫ ਕਰਵਾਉਂਦੇ ਸੀਗੇ। ਔਰ ਜੇਕਰ ਅਸੀਂ ਢਾਡੀ ਕਲਾ ਦੀ ਗੱਲ ਕਰਦੇ ਹਾਂ, ਢਾਡੀ ਇੱਥੇ ਢਾਡੀਆਂ ਦੀਆਂ ਵੀ ਕਿਸਮਾਂ ਨੇ, ਕਿਉਂਕਿ ਢਾਡੀ ਇੱਕ ਤੇ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਪ੍ਰਭੂ ਦੇ ਗੁਣ ਗਾਉਂਦੇ ਨੇ, ਇੱਕ ਢਾਡੀ ਉਹ ਵੀ ਹੋਏ ਨੇ ਕਿ ਜਿਹੜੇ ਲੋਕਾਂ ਦੇ ਵਿਆਹਾਂ ਦੇ ਵਿੱਚ ਜਾਂਦੇ ਨੇ, ਪ੍ਰੋਗਰਾਮ ਲਗਾਉਂਦੇ ਨੇ। ਇਹ ਢਾਡੀਆਂ ਦੇ ਵੀ ਕੋਈ ਕਿਸਮਾਂ ਨੇ? ਦੇਖੋ ਮੈਂ ਸਮਝਦਾ ਵੀ ਢਾਡੀ ਦੋ ਕਿਸਮ ਦੇ ਨੇ ਜੀ। ਇੱਕ ਅਸੀਂ ਗੁਰੂ ਦੇ ਢਾਡੀ, ਇੱਕ ਲੋਕ ਢਾਡੀ ਜੀ। ਜਿਹੜੇ ਗੁਰੂ ਦੇ ਢਾਡੀ ਨੇ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਦੇ ਆ। ਵੈਸੇ ਕਿਉਂਕਿ 3 ਰੰਗ ਪੇਸ਼ ਕਰ ਸਕਦੇ ਆ ਵੀ ਸਿੱਖ ਰਾਜ, ਕੌਮੀ ਇਤਿਹਾਸ ਔਰ ਗੁਰੂਆਂ ਦਾ ਇਤਿਹਾਸ। ਲੇਕਿਨ ਜਿਹੜੇ ਲੋਕ ਢਾਡੀ ਨੇ ਇਹਨਾਂ ਦਾ ਪਹਿਰਾਵਾ ਦੂਜੇ ਢਾਡੀਆਂ ਨਾਲ ਬਿਲਕੁਲ ਵੱਖਰਾ ਹੁੰਦਾ ਹੈ। ਇਹ ਕੁੜਤੇ ਪਾਉਂਦੇ ਆ, ਚਾਦਰੇ ਲਾਉਂਦੇ ਆ, ਤਵੀਤੜੀਆਂ ਪਾਉਂਦੇ ਆ, ਅੱਖਾਂ ਵਿੱਚ ਸੁਰਮਾ, ਤੁਰਲੇ ਵਾਲੀਆਂ ਪੱਗਾਂ, ਹੱਥਾਂ ਤੇ ਰੁਮਾਲ ਬੰਨ੍ਹ ਕੇ, ਇਹ ਫਿਰ ਕੰਨਾਂ ਤੇ ਹੇਕ ਲਾ ਕੇ ਉੱਚੀ ਉੱਚੀ ਇਹ ਫਿਰ ਆਸ਼ਕਾਂ ਦੀਆਂ ਗਥਾਵਾਂ ਗਾਉਂਦੇ ਆ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ। ਇਹ ਫਿਰ ਲੋਕਾਂ ਦੇ ਵਿੱਚ ਘੁੰਮ ਕੇ, ਅਖਾੜਿਆਂ ਵਿੱਚ ਘੁੰਮ ਕੇ ਏਦਾਂ ਨਖਰਿਆਂ ਦੇ ਨਾਲ ਗਾ ਗਾ ਕੇ ਗਾਉਂਦੇ ਆ। ਇਹਨਾਂ ਨੂੰ ਅਸੀਂ ਲੋਕ ਢਾਡੀ ਕਹਿੰਦੇ। ਇਹਨਾਂ ਲੋਕ ਢਾਡੀਆਂ ਦੇ ਵਿੱਚ ਆਪਾਂ ਈਦੂ ਸ਼ਰੀਫ ਦਾ ਜ਼ਿਕਰ ਕਰ ਸਕਦੇ ਹਾਂ, ਲਚਕਾਨੀ ਸਾਹਿਬ ਦਾ ਜ਼ਿਕਰ ਕਰਦੇ, ਦੇਸਰਾਜ ਲਚਕਾਨੀ ਜੀ ਦਾ ਜ਼ਿਕਰ ਕਰ ਸਕਦੇ, ਅਮਰ ਸਿੰਘ ਸ਼ੌਂਕੀ। ਉਹ ਢਾਡੀ, ਇਹ ਧਾਰਮਿਕ ਢਾਡੀ ਵੀ ਸੀ ਤੇ ਲੋਕ ਢਾਡੀ ਵੀ ਸੀ। ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ, ਕਿਉਂਕਿ ਉਹਨਾਂ ਦੀਆਂ ਜਿਹੜੇ ਰਿਕਾਰਡ ਵੀ ਹੈ, ਕੁਝ ਉਹਨਾਂ ਦੇ ਜਿੱਦਾਂ ਸਾਹਿਬਾਂ ਆਵਾਜ਼ਾਂ ਮਾਰਦੀ, ਉਹ ਤਕਰੀਬਨ ਲੋਕ ਰੰਗ ਹੈ ਉਹਨਾਂ ਨੇ। ਬਿਲਕੁਲ ਜੀ। ਔਰ ਉਹਦੇ ਵਿੱਚ ਉਹ ਵੀ ਕਿੰਨਾ ਸੋਹਣਾ ਉਹਨਾਂ ਦਾ ਰੰਗ ਆ। ਬਹੁਤ ਸਾਰੇ ਕਲਾਕਾਰਾਂ ਨੇ ਗਾਇਆ ਕਿ ਭਾਬੀ ਆਜਾ ਭਾਬੀ ਜੋੜ ਲੈ ਪਿੰਗ ਹੁਲਾਰੇ ਲੈਂਦੀ, ਔਰ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਔਰ ਬਹੁਤ ਸਾਰੀਆਂ ਗੱਲਾਂ ਢਾਡੀ ਕਲਾ ਦੇ ਨਾਲ ਜੁੜੀਆਂ ਹੋਈਆਂ। ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਕਰਦੇ ਰਹਿਣਾ, ਕਿਉਂਕਿ ਸਾਡੇ ਨਾਲ ਬਣੇ ਰਹਿਣਗੇ ਗਿਆਨੀ ਕੁਲਜੀਤ ਸਿੰਘ ਦਿਲਬਰ ਜੀ। ਇਸੇ ਤਰ੍ਹਾਂ ਤੁਸੀਂ ਵੀ ਦੇਖਦੇ ਰਹੋ ਪੰਜਾਬੀ ਸੱਤ ਪੰਜਾਬੀ ਨੈਸ਼ਨਲ ਟੀਵੀ ਤੇ। ਮਿਲਦੇ ਆ ਬ੍ਰੇਕ ਤੋਂ ਬਾਅਦ। ਇਸ ਵਕਫੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਪੰਜਾਬੀ ਸੱਤ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਢਾਡੀ ਕਲਾ ਦੇ ਬਾਰੇ ਗਿਆਨੀ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਨਾਲ। ਦਿਲਬਰ ਜੀ, ਮੁੜ ਤੋਂ ਤੁਹਾਡਾ ਸਵਾਗਤ। ਇਹ ਜੋ ਤੁਸੀਂ ਹੁਣੇ ਢਾਡੀ ਕਲਾ ਬਾਰੇ ਦੱਸਿਆ, ਜੋ ਇਹਦੇ ਵਿੱਚ ਵਖਰੇਵਾਂ ਆਇਆ ਹੈ, ਇਹਦਾ ਕਾਰਨ ਕੀ ਹੈ? ਕਹਿੰਦੇ ਨੇ ਜੀ ਵੀ ਫਾਸਟ ਫੂਡ ਦਾ ਜ਼ਮਾਨਾ ਹੈ ਜੀ। ਸੋ ਫਾਸਟ ਫੂਡ ਦੇ ਜ਼ਮਾਨੇ ਦੇ ਵਿੱਚ ਵੀ ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ ਤੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਔਰ ਹੋਣੀਆਂ ਵੀ ਚਾਹੀਦੀਆਂ। ਪਰ ਮੈਂ ਇਹ ਸਮਝਦਾ ਵੀ ਜੇ ਢਾਡੀ ਕਲਾ ਦੀ ਦਿੱਖ ਵਿਗਾੜ ਕੇ ਤਬਦੀਲੀ ਕੀਤੀ ਜਾਵੇ, ਉਹ ਕੋਈ ਸਾਨੂੰ ਸ਼ੋਭਨੀਕ ਨਹੀਂ। ਜਿਵੇਂ ਅੱਜ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਤੇ ਮੈਂ ਸਮਝਦਾ ਵੀ ਢਾਡੀ ਕਲਾ ਨਾਲ ਵੀ ਇਸ ਤਰ੍ਹਾਂ ਦਾ ਖਿਲਵਾੜ ਹੋ ਰਿਹਾ ਹੈ। ਕਿਉਂਕਿ ਜਿਹੜੇ ਢਾਡੀ ਨੇ ਉਹ ਅੱਜ ਢਾਡੀ ਵੰਨਗੀਆਂ ਛੱਡ ਕੇ ਗੀਤਾਂ ਦੀ ਤਰਜ਼ਾਂ 'ਚ ਪੈ ਗਏ ਨੇ, ਛੰਦਾਬੰਦੀ 'ਚ ਪੈ ਗਏ ਨੇ। ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਦੇਖੋ, ਪੰਜਾਬੀਆਂ ਦਾ ਮਰਹੂਮ ਲੋਕ ਗਾਇਕ ਕੁਲਦੀਪ ਮਾਣਕ, ਉਹ ਢਾਡੀਆਂ ਦੀਆਂ ਕਲੀਆਂ ਗਾ ਗਾ ਕੇ ਕਲੀਆਂ ਦਾ ਹੀ ਬਾਦਸ਼ਾਹ ਬਣ ਗਿਆ। ਲੇਕਿਨ ਸਾਡੇ ਢਾਡੀਆਂ ਨੇ ਕਲੀਆਂ ਗਾਉਣੀਆਂ ਛੱਡ ਦਿੱਤੀਆਂ। ਸੋ ਇਸ ਕਰਕੇ ਬਹੁਤ ਵੱਡਾ ਵਖਰੇਵਾਂ ਜਿਹੜਾ ਅੱਜ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਵੀ ਅੱਜ ਮੈਂ ਇਹ ਵੀ ਸੁਣਦਾ ਹੁੰਦਾ ਵੀ ਢਾਡੀ ਕਹਿੰਦੇ ਆ ਵੀ ਅਸੀਂ ਸਟੇਜ ਦੇ ਉੱਤੇ ਮੇਰੇ ਸਾਥੀ ਨਗਮਾ ਪੇਸ਼ ਕਰਨਗੇ, ਜਦ ਕਿ ਢਾਡੀ ਦਾ ਸੰਬੰਧ ਤੇ ਵਾਰ ਨਾਲ ਹੈ। ਢਾਡੀ ਵਾਰ ਗਾਉਣਗੇ, ਕਿਉਂਕਿ ਢਾਡੀ ਔਰ ਵਾਰ ਦੋ ਵੈਸੇ ਵੱਖਰੇ ਵੱਖਰੇ ਸ਼ਬਦ ਨਹੀਂ, ਪਰ ਇੱਕੋ ਸ਼ਬਦ ਨਾਲ ਜਾਣਿਆ ਜਾਣ ਲੱਗਾ ਵੀ ਢਾਡੀ ਵਾਰ ਗਾਉਣਗੇ। ਸੋ ਇਸ ਕਰਕੇ ਮੈਂ ਸਮਝਦਾ ਵੀ ਕਾਫੀ ਵਖਰੇਵਾਂ ਜਿਹੜਾ ਪੈ ਰਿਹਾ, ਵੀ ਇਹ ਪੈਣਾ ਨਹੀਂ ਚਾਹੀਦਾ। ਢਾਡੀ ਕਲਾ ਦੀ ਦਿੱਖ ਜਿਹੜੀ ਉਸੇ ਤਰ੍ਹਾਂ ਰਹਿਣੀ ਚਾਹੀਦੀ ਹੈ ਜਿਵੇਂ ਇਹਦੀ ਹੈ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿ ਇਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਰਸਾਈ ਹੋਈ ਇਹ ਢਾਡੀ ਕਲਾ ਜਿਹੜੀ ਹੈ, ਬਹੁਤ ਕੁਝ ਇਹਨੇ ਦਿੱਤਾ ਹੈ। ਔਰ ਕਹਿੰਦੇ ਨੇ ਕਿ ਮੁਰਦਿਆਂ ਦੇ ਵਿੱਚ ਰੂਹਾਂ ਫੂਕਣ ਵਾਲੀ ਜਿਹੜੀ ਇਹ ਕਲਾ ਆ ਜੀ, ਔਰ ਮੁਰਦਿਆਂ ਨੂੰ ਜਿਉਂਦਾ ਕਰਨ ਵਾਲੀ ਇਹ ਕਲਾ ਆ। ਔਰ ਇਹ ਜਿਹੜੀ ਮੁਰਦਿਆਂ ਨੂੰ ਜਿਉਂਦਾ ਕਰਨ ਵਾਲੀ ਗੱਲ ਆ ਜਿਹੜੀ, ਇਹ ਹੈ ਕਿਤੇ ਤੁਹਾਡੇ ਕੋਈ ਇਤਿਹਾਸ ਦੇ ਵਿੱਚ ਤੁਸੀਂ ਦੇਖੀ ਕਿ ਹਾਂ ਸੱਚਮੁੱਚ ਇਹ ਰੌਂਗਟੇ ਖੜੇ ਕਰ ਦੇਵੇ ਕਿ ਮੁਰਦਿਆਂ ਦੇ ਵਿੱਚ ਰੂਹਾਂ ਫੂਕ ਦੇਵੇ? ਦੇਖੋ, ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋ ਗਏ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਗੱਦੀ ਉੱਤੇ ਬੈਠੇ। ਉਹਨਾਂ ਨੇ ਭਾਈ ਬਿਧੀ ਚੰਦ ਨੂੰ ਕਿਹਾ ਵੀ ਕੋਈ ਢਾਡੀ ਜਥਾ ਲੈ ਕੇ ਆਓ। ਉਹ ਪਿੰਡ ਸੁਰ ਸਿੰਘ ਤੋਂ ਭਾਈ ਨੱਥਾ, ਭਾਈ ਅਬਦਲ ਜੀ ਨੂੰ ਲੈ ਕੇ ਆਏ।
ਉਹਨਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਿੱਚ ਢਾਡੀ ਵਾਰ ਪੜ੍ਹੀ ਜੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਐਲਾਨ ਕੀਤਾ ਵੀ ਸਰੰਗੀ ਦੇ ਗਜ ਦੇ ਘੁੰਗਰੂਆਂ ਵਿੱਚੋਂ ਲਲਕਾਰਾਂ ਨਿਕਲਣ, ਵਾਹ, ਢੱਡ ਦੀ ਥਾਪ ਅਵੇਸਲੇ ਹੋਏ ਲੋਕਾਂ ਨੂੰ ਜਗਾਏ। ਔਰ ਮੈਂ ਇਤਿਹਾਸ ਪੜ੍ਹਿਆ ਵੀ ਇੱਕ ਰਾਜਸਥਾਨ ਦਾ ਸ਼ਹਿਜ਼ਾਦਾ, ਉਹਨੇ ਢਾਡੀਆਂ ਦੇ ਕੋਲੋਂ ਆਪਣੇ ਵੱਡੇ ਵਡੇਰਿਆਂ ਦੀ ਵਾਰ ਸੁਣੀ। ਜਦੋਂ ਉਹਨੇ ਵਾਰ ਸੁਣੀ ਉਹਦਾ ਖੂਨ ਖੌਲਿਆ, ਕਿਉਂਕਿ ਢਾਡੀ ਸੰਗੀਤ ਜੁਝਾਰੂ ਸੰਗੀਤ ਹੈ। ਉਹਨੇ ਤਲਵਾਰ ਦੀ ਮੁੱਠ ਨੂੰ ਹੱਥ ਪਾਇਆ, ਉਹਨੇ ਮਿਆਨ ਵਿੱਚੋਂ ਤਲਵਾਰ ਨੂੰ ਕੱਢਿਆ ਤੇ ਉਹਨੇ ਇੰਨੀ ਜ਼ੋਰ ਦੀ ਪੱਥਰ ਵਿੱਚ ਮਾਰੀ, ਪੱਥਰ ਵਿੱਚ ਤਲਵਾਰ ਧਸ ਗਈ। ਇੱਕ ਅੰਗਰੇਜ਼ ਅਫਸਰ ਕਿਤੇ ਸੈਰ ਕਰਦਾ ਆਇਆ, ਉਹਨੇ ਜਦੋਂ ਪੱਥਰ ਦੇ ਵਿੱਚ ਤਲਵਾਰ ਧਸੀ ਵੇਖੀ, ਆਪਣੇ ਡਰਾਈਵਰ ਨੂੰ ਕਹਿੰਦਾ, ਉਹ ਵੇਖ ਚਿੱਤਰਕਾਰ ਨੇ ਕੈਸਾ ਕਮਾਲ ਦਾ ਚਿੱਤਰ ਪੇਸ਼ ਕੀਤਾ ਹੈ। ਉਹ ਕਹਿੰਦਾ, ਸਾਹਿਬ ਬਹਾਦਰ, ਚਿੱਤਰਕਲਾ ਨਹੀਂ, ਅਸਲੀਅਤ ਹੈ। ਜਦੋਂ ਅੰਗਰੇਜ਼ ਨੇ ਕੋਲ ਆਣ ਕੇ ਵੇਖਿਆ, ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤਾਂ ਮੰਨਾਂ ਵੀ ਜੇ ਪੱਥਰ ਵਿੱਚੋਂ ਕੋਈ ਤਲਵਾਰ ਨੂੰ ਕੱਢ ਕੇ ਵਿਖਾਵੇ। ਉਸੇ ਸ਼ਹਿਜ਼ਾਦੇ ਨਾਲ ਗੱਲ ਕੀਤੀ ਗਈ। ਉਹ ਕਹਿੰਦਾ ਮੈਂ ਕੋਸ਼ਿਸ਼ ਕਰਾਂਗਾ, ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਬੋਲੋ। ਕਹਿੰਦਾ ਢਾਡੀਆਂ ਦਾ ਇੱਕ ਜੁੱਟ ਮੰਗਾ ਦਿਓ। ਫਿਰ ਢਾਡੀਆਂ ਦਾ ਜੁੱਟ ਆਇਆ। ਜਦੋਂ ਢਾਡੀ ਨੇ ਜੋਬਨ ਤੇ ਆ ਗਏ, ਸਰੰਗੀ ਵਾਲੇ ਨੇ ਸਰੰਗੀ ਤੇ ਗਜ਼ ਫੇਰਿਆ, ਢੱਡ ਵਾਲੇ ਨੇ ਥਾਪ ਦਿੱਤੀ ਤੇ ਨੌਜਵਾਨ ਨੇ ਜਦੋਂ ਆਪਣੇ ਵੱਡੇ ਵਡੇਰਿਆਂ ਦੀ ਵਾਰ ਸੁਣੀ, ਉਹਨੇ ਤਲਵਾਰ ਦੀ ਮੁੱਠ ਨੂੰ ਹੱਥ ਪਾ ਕੇ ਪੱਥਰ ਵਿੱਚ ਤਲਵਾਰ ਨੂੰ ਕੱਢ ਦਿੱਤਾ। ਕੀ ਬਾਤ! ਇਹ ਹੈ ਜੁਝਾਰੂ ਸੰਗੀਤ, ਮੁਰਦਿਆਂ ਰੂਹਾਂ ਵਿੱਚ ਜਾਨ ਪਾ ਦੇਣ ਵਾਲਾ ਰਾਗ। ਅੱਜ ਮੈਂ ਸਮਝਦਾ ਪੱਛਮੀ ਸੰਗੀਤ ਦੀਆਂ ਪੌਪ ਧੁਨਾਂ ਦੇ ਬਾਬਰੋਲੇ ਵਿੱਚ ਥੋੜਾ ਜਿਹਾ ਗਵਾਚਦਾ ਵੀ ਚਲਾ ਜਾ ਰਿਹਾ। ਜੀ, ਇਹ ਗੱਲ ਤੁਸੀਂ ਕਹੀ ਹੈ ਕਿ ਪੱਛਮੀ ਪੌਣਾਂ ਦੇ ਵਿੱਚ ਗਵਾਚਦੀ ਜਾ ਰਹੀ ਹੈ ਉਹ ਕਲਾ ਜਿਹੜੀ ਸਾਡੇ ਇਤਿਹਾਸ ਦੇ ਨਾਲ, ਸਾਡੇ ਪੁਰਖਿਆਂ ਦੇ ਨਾਲ ਜੁੜੀ ਹੋਈ ਹੈ, ਸਾਨੂੰ ਜੁਝਾਰੂ ਬਣਾਉਂਦੀ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਅਜੋਕੇ ਗਾਇਕ ਨੇ, ਜਿਹੜੇ ਢਾਡੀ ਵਾਰਾਂ ਗਾਉਂਦੇ ਨੇ, ਇਹ ਖੁਦ ਹੁਣ ਤਿਲਾਂਜਲੀ ਦੇ ਕੇ ਉਸ ਕਲਾ ਨੂੰ ਗਾਇਕੀ ਦੇ ਵੱਲ ਜਾ ਰਹੇ ਨੇ? ਦੇਖੋ ਤੁਸੀਂ ਬਿਲਕੁਲ, ਮੈਂ ਉਹਦਾ ਵੀ ਇੱਕ ਕਾਰਨ ਮੈਂ ਸਮਝਦਾ ਜੀ। ਸਾਡੇ ਹਰਭਜਨ ਮਾਨ ਢਾਡੀ ਸੀ ਜੀ, ਦੁਰਗਾ ਰੰਗੀਲਾ ਢਾਡੀ ਸੀ, ਨਿਰਮਲ ਸਿੱਧੂ ਢਾਡੀ ਸੀ, ਲਾਭ ਹੀਰਾ ਢਾਡੀ ਸੀ, ਸਰਦੂਲ ਸਿਕੰਦਰ ਬਾ ਕਮਾਲ ਰਾਗੀ ਸੀ। ਕਿਤੇ YouTube ਤੇ ਉਹਦੀ ਆਸਾ ਦੀ ਵਾਰ ਸੁਣ ਕੇ ਦੇਖੋ। ਦਲੇਰ ਮਹਿੰਦੀ ਬਾ ਕਮਾਲ ਰਾਗੀ ਸੀ। ਪਰ ਸਾਡੇ ਗੁਰਦੁਆਰਿਆਂ ਦੇ ਪ੍ਰਧਾਨ ਸੈਕਟਰੀ ਐਵੇਂ 5-5 10-10 ਰੁਪਏ ਪਿੱਛੇ ਜਲੀਲ ਕਰਨਾ, ਉਹਨਾਂ ਨੇ ਸੋਚਿਆ ਇਹੋ ਜਿਹੀ ਜਲਾਲਤ ਨਾਲ ਤਾਂ ਕਲਾਕਾਰ ਬਣੋ। ਉਹਨਾਂ ਨੇ ਕੇਸ ਕਤਲ ਕਰਵਾਏ ਤੇ ਗਾਇਕੀ ਦੇ ਖੇਤਰ ਵਿੱਚ ਆ ਗਏ। ਮੈਂ ਸਮਝਦਾ ਵੀ ਪਤਾ ਨਹੀਂ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਸੈਕਟਰੀਆਂ ਨੇ ਕਦੀ ਉਹਨਾਂ ਨੂੰ ਕੀਰਤਨ ਕਰਦਿਆਂ 5 ਰੁਪਏ ਦਿੱਤੇ ਸੀ ਜਾਂ ਨਹੀਂ ਸੀ ਦਿੱਤੇ, ਪਰ ਅਖਾੜਿਆਂ ਵਿੱਚ ਮੈਂ 500 ਦੇ ਨੋਟ ਵਾਰਦੇ ਆਪਣੀਆਂ ਅੱਖਾਂ ਨਾਲ ਵੇਖੇ ਹੈ। ਜੀ, ਕਲਾਕਾਰ ਅੱਜ ਹਰ ਬੰਦਾ ਰਿਸਪੈਕਟ ਚਾਹੁੰਦਾ। ਅੱਜ ਜੇ ਅਸੀਂ ਢਾਡੀ ਲੋਕ ਕਮੇਟੀਆਂ ਦੇ ਕੋਲੋਂ 40-50 ਹਜ਼ਾਰ ਰੁਪਇਆ ਮੰਗ ਲਈਏ ਤਾਂ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਜੀ ਢਾਡੀ ਤਾਂ ਪੈਸੇ ਹੀ ਬੜੇ ਮੰਗਣ ਲੱਗ ਪਏ ਆ। ਤੇ ਜੇ ਕੋਈ ਲੋਕ ਗਾਇਕ 10 ਲੱਖ ਮੰਗ ਲਵੇ, ਫਿਰ ਕਹਿਣਗੇ ਵੈਸੇ ਜੀ ਇਹਦਾ ਤਾਂ ਰੇਟ 15 ਲੱਖ ਸੀ, ਸਾਨੂੰ ਹੀ 10 ਲੱਖ 'ਚ ਮਿਲ ਗਿਆ। ਉਹ 10 ਲੱਖ ਇਹਨਾਂ ਨੂੰ ਥੋੜ੍ਹਾ ਲੱਗਦਾ ਹੈ। ਦੇਖੋ ਵਖਰੇਵਾਂ ਜਿਹੜਾ ਹੈ ਨਾ ਸਾਡੀ ਇਹ ਚੀਜ਼ਾਂ ਦਾ, ਕਿਉਂਕਿ ਹਰ ਬੰਦਾ ਇੱਜ਼ਤ ਚਾਹੁੰਦਾ ਹੈ, ਮਾਣ ਚਾਹੁੰਦਾ, ਸਤਿਕਾਰ ਚਾਹੁੰਦਾ ਹੈ। ਪਰ ਜਦੋਂ ਮਾਣ ਸਤਿਕਾਰ ਨਾ ਮਿਲੇ, ਕਿਸੇ ਕਲਾ ਦਾ ਤਿਰਸਕਾਰ ਹੋਣ ਲੱਗ ਪਵੇ, ਮੈਂ ਸਮਝਦਾ ਫਿਰ ਉਹ ਤਿਰਸਕਾਰ ਜਿਹੜਾ ਹੈ ਉਹਨੂੰ ਦੂਸਰੀ ਕਲਾ ਵੱਲ ਖਿੱਚਦਾ ਹੈ। ਜੀ, ਇਸੇ ਕਰਕੇ ਕੁਛ ਢਾਡੀ ਜਿਹੜੇ ਹੈ ਉਹ ਇਹ ਖੇਤਰ ਛੱਡ ਕੇ ਗਾਇਕੀ ਦੇ ਖੇਤਰ ਵਿੱਚ ਵੀ ਗਏ ਨੇ। ਬਿਲਕੁਲ ਜੀ। ਔਰ ਬਹੁਤ ਸਾਰੇ ਕਲਾਕਾਰਾਂ ਦੇ ਆਪਾਂ ਨਾਮ ਜਿਵੇਂ ਤੁਸੀਂ ਵੀ ਲਏ ਆ, ਸਾਡੇ ਵੀ ਜ਼ਿਹਨ ਦੇ ਵਿੱਚ ਹੈਗੇ ਬਹੁਤ ਸਾਰੇ ਢਾਡੀ ਕਲਾ ਨੂੰ ਤਿਲਾਂਜਲੀ ਦੇ ਕੇ ਹੁਣ ਇੱਧਰ ਗਾਇਕੀ ਵਾਲੇ ਪਾਸੇ ਆ ਗਏ। ਪਰ ਜਿਵੇਂ ਕਾਰਨ ਤੁਸੀਂ ਪੈਸੇ ਦਾ ਵੀ ਦੱਸਿਆ, ਕਾਰਨ ਤੁਸੀਂ ਇੱਜ਼ਤ ਮਾਣ ਦਾ ਵੀ ਦੱਸਿਆ, ਪਰ ਇਹ ਇੱਕ ਪੈਸਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਢਾਡੀ ਕਲਾ ਦੇ ਅੱਗੇ ਤਾਂ ਬਹੁਤ ਬੌਣੀਆਂ ਜੀਆਂ ਨੇ। ਉਹਨਾਂ ਦੇ ਦਿਲ ਕਿਉਂ ਨਹੀਂ ਖੜੇ ਹੋਏ ਕਿ ਨਹੀਂ ਜੀ ਅਸੀਂ ਵੀ ਜਿਹੜੇ ਪੁਰਾਣੀ ਢਾਡੀ ਸੀ ਸਾਡੇ, ਅਸੀਂ ਦਇਆ ਸਿੰਘ ਦਿਲਬਰ ਦੀ ਗੱਲ ਕਰ ਲਈਏ, ਹੋਰ ਬਹੁਤ ਸਾਰੇ ਢਾਡੀ ਨੇ ਸਾਡੇ ਕੋਲ ਜਿਹੜੇ ਕਹਿੰਦੇ ਨੇ ਕਿ ਨਹੀਂ ਭਾਈ ਅਸੀਂ ਜਿੱਥੇ ਖੜੇ ਆ ਸਿਦਕ ਤੇ ਸਬਰ, ਸੰਤੋਖ ਔਰ ਆਪਣੇ ਅਕੀਦੇ ਦੇ ਵਿੱਚ ਟਿਕਾ, ਆਪਣੀ ਕਲਾ ਦੇ ਉੱਪਰ ਮਾਣ, ਕਿ ਉਹ ਢਾਡੀ ਕਲਾ ਦੇ ਵਿੱਚ ਆਪਣਾ ਨਾਮ ਨਹੀਂ ਸੀ ਬਣਾ ਸਕਦੇ? ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ। ਵੇਖੋ ਅੱਜ ਪੈਸੇ ਦੀ ਹਰ ਬੰਦੇ ਨੂੰ ਲੋੜ ਹੈ। ਜੇ ਅਸੀਂ ਵੇਖੀਏ ਨਾ ਹੁਣ ਇੱਕ ਕਿਤਾਬ ਵੀ ਲੈਣ ਜਾਈਏ ਨਾ, ਵਧੀਆ ਕਿਤਾਬ ਪੜ੍ਹਨੀ ਹੋਵੇ ਤਾਂ ਘੱਟੋ ਘੱਟ 1000-1500 ਤੋਂ ਘੱਟ ਕਿਤਾਬ ਨਹੀਂ ਆਉਂਦੀ। ਕਈ ਸਾਨੂੰ ਕਹਿੰਦੇ ਜੀ, ਕਈ ਕਹਿ ਦਿੰਦੇ ਜੀ ਤੁਸੀਂ ਗੁਰਬਾਣੀ ਵੇਚਦੇ ਹੋ, ਤੁਸੀਂ ਇਤਿਹਾਸ ਵੇਚਦੇ ਹੋ। ਅਸੀਂ ਕਹਿੰਦੇ ਹੁੰਦੇ ਆ ਵੀ ਚਲੋ ਸਾਡੇ ਪਰਿਵਾਰ ਦਾ ਖਰਚਾ ਤੁਸੀਂ ਚੱਕ ਲਓ, ਅਸੀਂ ਫ੍ਰੀ ਕੀਰਤਨ ਕਰਨ ਨੂੰ ਤਿਆਰ ਹਾਂ ਜੀ।
ਜੇ ਲੋਕ ਕਲਾਕਾਰਾਂ ਨੂੰ 5-5 ਲੱਖ 10-10 ਲੱਖ ਰੁਪਇਆ ਦੇ ਸਕਦੇ ਆ ਤਾਂ ਢਾਡੀਆਂ ਨੂੰ ਕਿਉਂ ਨਹੀਂ। ਸੋ ਇਸੇ ਕਰਕੇ ਇੱਜ਼ਤ ਮਾਣ ਸਤਿਕਾਰ ਲੈਣ ਵਾਸਤੇ ਢਾਡੀਆਂ ਨੇ ਵੀ ਆਪਣੀ ਮੰਗ, ਕਿਉਂਕਿ ਅੱਜ ਹਰ ਚੀਜ਼ ਕਮਰਸ਼ੀਅਲ ਹੈ, ਮੈਂ ਸਮਝਦਾ ਕਮਰਸ਼ੀਅਲ ਹੈ, ਜਿੱਥੇ ਕਮਰਸ਼ੀਅਲ ਹੈ ਉੱਥੇ ਰੁਜ਼ਗਾਰ ਦਾ ਸਾਧਨ ਵੀ ਹੈ। ਹੁਣ ਜਿਨ੍ਹਾਂ ਦੇ ਕੋਲ ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ, ਉਹਨਾਂ ਨੇ ਕਮਾਉਣਾ ਹੀ ਇਸੇ ਕਲਾ ਚੋਂ, ਕਮਾ ਕੇ ਰੋਟੀ ਖਵਾਉਣੀ ਹੈ, ਤਾਂ ਉਹ ਪੈਸੇ ਤੇ ਜ਼ਰੂਰ ਮੰਗਣਗੇ। ਬਿਲਕੁਲ ਜੀ, ਬਿਲਕੁਲ ਇਹ ਜ਼ਰੂਰੀ ਹੈ। ਔਰ ਜਿਹੜੇ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪੈਸਿਆਂ ਦੀ ਤੰਗੀ ਦੇ ਨਾਲ ਜੂਝ ਰਹੇ ਨੇ, ਨਾ ਸਰਕਾਰਾਂ ਬਾਂਹ ਫੜਦੀਆਂ ਨੇ, ਨਾ ਸਰਕਾਰਾਂ ਫੜਦੀਆਂ, ਨਾ ਕੋਈ ਧਾਰਮਿਕ ਸੰਸਥਾਵਾਂ ਫੜਦੀਆਂ। ਮੈਂ ਕਈ ਵਾਰੀ ਮੇਰਾ ਬੜਾ ਦਿਲ ਦੁਖੀ ਹੁੰਦਾ। ਸਾਡੇ ਇੱਕ ਢਾਡੀ ਸੀ ਬਲਬੀਰ ਸਿੰਘ ਬੀਲਾ, ਉਹਨੇ ਤਕਰੀਬਨ ਕਾਫੀ ਸਮਾਂ ਸ਼੍ਰੋਮਣੀ ਕਮੇਟੀ 'ਚ ਸਰਵਿਸ ਕੀਤੀ, ਲੇਕਿਨ ਜਦੋਂ ਉਹਦਾ ਇੰਤਕਾਲ ਹੋ ਗਿਆ ਤਾਂ ਉਹਦੀ ਲੜਕੀ ਨੂੰ ਸਟੇਜਾਂ 'ਤੇ ਡਾਂਸਰ ਬਣ ਕੇ ਪੈਸਾ ਕਮਾਉਣਾ ਪਿਆ ਔਰ ਪਰਿਵਾਰ ਪਾਲਣਾ ਪਿਆ। ਕਿਉਂਕਿ ਅੱਜ ਸਮਾਂ ਹੈ, ਜਿਸ ਤਰ੍ਹਾਂ ਦਾ ਸਮਾਂ ਗੁਜ਼ਰਿਆ ਨਾ, ਉਹਦੇ ਵਿੱਚ ਕਈ ਸਾਡੇ ਢਾਡੀ ਇਸ ਤਰ੍ਹਾਂ ਰੁਖਸਤ ਹੋ ਗਏ, ਪਰ ਕਿਸੇ ਨੇ ਬਾਂਹ ਨਹੀਂ ਫੜੀ ਪਰਿਵਾਰਾਂ ਦੀ। ਜੀ, ਤੇ ਜਿਹਦੀ ਜ਼ਿੰਮੇਵਾਰੀ ਆ, ਜਿਹਦੀ ਡਿਊਟੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੀ ਉਹਨੇ ਵੀ ਢਾਡੀਆਂ ਦੀ ਬਾਂਹ ਛੱਡੀ ਹੋਈ ਹੈ? ਕਿ ਢਾਡੀ ਕਲਾ ਨੂੰ ਪ੍ਰਫੁੱਲਤ ਕਰਨ ਵਾਸਤੇ ਉਹ ਵੀ ਅਵੇਸਲੀ ਹੈ, ਉਹਨੇ ਵੱਲੋਂ ਵੀ ਕੋਈ ਵੀ ਨਹੀਂ ਕੀਤਾ ਜਾ ਕੇ ਉਪਰਾਲਾ? ਦੇਖੋ, ਸ਼੍ਰੋਮਣੀ ਕਮੇਟੀ ਨੇ ਢਾਡੀ ਰੱਖੇ ਜ਼ਰੂਰ ਹੋਏ ਆ। ਉਹ ਅਕਾਲ ਤਖਤ ਦੇ ਉੱਤੇ ਢਾਡੀ ਕੀਰਤਨ ਵੀ ਕਰਦੇ ਆ ਰੋਜ਼, 2 ਢਾਡੀ 2 ਇਸ ਤਰ੍ਹਾਂ ਬੋਲਦੇ, 2 ਢਾਡੀ ਬੋਲਦੇ ਡੇਲੀ। ਦੇਖੇ, ਜਿੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਾਂਤ ਰਸ ਹੈ, ਉੱਥੇ ਅਕਾਲ ਤਖਤ ਉੱਤੇ ਬੀਰ ਰਸ ਹੈ। ਸਾਨੂੰ ਬੜੇ ਫੋਨ ਆਉਂਦੇ ਆ ਗਿਆਨੀ ਜੀ ਵੀ ਅਕਾਲ ਤਖਤ ਨੂੰ ਕਹਿ ਕੇ ਵੀ ਢਾਡੀਆਂ ਦਾ ਕੋਈ ਇੱਜ਼ਤ ਮਾਣ ਸਤਿਕਾਰ ਹੋਣਾ ਚਾਹੀਦਾ ਹੈ। ਵੀ ਤੁਸੀਂ ਜਦੋਂ ਕਿਤੇ ਦਰਬਾਰ ਸਾਹਿਬ 'ਚ ਜਾਓ, ਤੁਸੀਂ ਕੀਰਤਨ ਢਾਡੀਆਂ ਨੂੰ ਕੀਰਤਨ ਕਰਦੇ ਵੇਖਦੇ ਹੋ ਨਾ, ਤਾਂ ਉੱਥੇ ਕਈ ਵਾਰੀ ਮੀਂਹ ਵੀ ਆਉਂਦਾ, ਕੜਕਵੀਂ ਧੁੱਪ ਵੀ ਵਿੱਚ ਵੀ ਖੜੇ ਢਾਡੀ ਗਾ ਰਹੇ ਹੁੰਦੇ ਆ, ਲੇਕਿਨ ਸ਼੍ਰੋਮਣੀ ਕਮੇਟੀ ਇਹ ਨਹੀਂ ਸੋਚਦੀ ਵੀ ਅਸੀਂ ਢਾਡੀਆਂ ਦੇ ਉੱਤੇ ਕੋਈ ਛੱਤ ਪਾ ਦਈਏ ਵੀ ਜਿੱਥੇ ਗਰਮੀਆਂ ਦੇ ਐਡੀ ਕੜਕਵੀਂ ਧੁੱਪ ਦੇ ਵਿੱਚ ਢਾਡੀ ਗਾਉਂਦੇ ਆ, ਬਰਸਾਤਾਂ ਦੇ ਵਿੱਚ ਮੀਂਹ ਦੇ ਵਿੱਚ ਖੜੇ ਵੀ ਗਾਉਂਦੇ ਆ, ਲੇਕਿਨ ਜਿਹੜੇ ਲੋਕ ਹੈ ਉਹ ਤੇ ਆਸੇ ਪਾਸੇ ਹੋ ਜਾਣਗੇ, ਲੇਕਿਨ ਢਾਡੀ ਕਿੱਥੇ ਜਾਏਗਾ? ਉਹਨੇ ਤਾਂ ਉੱਥੇ ਹੀ ਖੜ ਕੇ ਕੀਰਤਨ ਕਰਨਾ, ਜਿਹੜੀ ਉਹਦੀ ਸਟੇਜ ਹੈ। ਸੋ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕਰਦਾ ਹੁੰਦਾ ਵੀ ਢਾਡੀਆਂ ਦੀ ਚੰਗੀ ਤਰ੍ਹਾਂ ਬਾਂਹ ਫੜੋ, ਤਾਂ ਕਿ ਕੋਈ ਇਹ ਢਾਡੀ ਉਧਰ ਕਲਾਕਾਰੀ ਵਾਲੇ ਪਾਸੇ ਨਾ ਜਾ ਸਕੇ। ਜੇ ਤੁਸੀਂ ਮਾਣ ਸਤਿਕਾਰ ਢਾਡੀ ਨੂੰ ਦਿਓਗੇ ਤਾਂ ਉਹ ਜ਼ਰੂਰ ਢਾਡੀ ਕਲਾ ਦੇ ਖੇਤਰ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਦੇਗਾ, ਨਹੀਂ ਤੇ ਉਹਦਾ ਦਿਲ ਦੁਖੀ ਹੋ ਕੇ ਆਪਣੇ ਪੁੱਤਰ ਨੂੰ ਵੀ ਉਹ ਢਾਡੀ ਬਣਨ ਤੋਂ ਰੋਕੇਗਾ। ਜੀ, ਪੰਜਾਬ ਸਰਕਾਰ ਤੋਂ ਵੀ ਜ਼ਿਆਦਾ ਬਜਟ ਹੁੰਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਕਦੇ ਤੁਹਾਡੇ ਮਨ ਦੇ ਵਿੱਚ ਇਹ ਵੀ ਮੰਗ ਆਈ ਕਿ ਕਿਉਂ ਨਾ ਇਹਨਾਂ ਨੂੰ ਕਿਹਾ ਜਾਵੇ ਕਿ ਕੋਈ ਵੱਖਰਾ ਬਜਟ ਵੀ ਸਾਡੇ ਲਈ ਰੱਖਿਆ ਜਾਵੇ? ਦੇਖੋ, ਜਿਹੜੀਆਂ ਸਰਕਾਰਾਂ ਇਹ ਤੇ ਪਹਿਲੀ ਗੱਲ ਹੈ ਵੀ ਢਾਡੀਆਂ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕਰਦੀਆਂ, ਇਹਨਾਂ ਦੀ ਬੇਰੁਖੀ ਇਸ ਕਲਾ ਪ੍ਰਤੀ। ਭਾਸ਼ਾ ਵਿਭਾਗ ਪੰਜਾਬ, ਇਹ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ, ਇਹ ਹਰ ਸਾਲ ਕਲਾਕਾਰਾਂ ਨੂੰ, ਲੇਖਕਾਂ ਨੂੰ, ਸਾਹਿਤਕਾਰਾਂ ਨੂੰ ਇਨਾਮ ਦਿੰਦੀ ਹੈ, ਸਨਮਾਨਿਤ ਕਰਦੀ। ਹੁਣ ਵੇਖੋ, ਢਾਡੀ, ਕਵੀਸ਼ਰ ਔਰ ਰਾਗੀ, ਇਹ ਤਿੰਨੇ ਕਲਾਵਾਂ ਵੱਖਰੀਆਂ ਵੱਖਰੀਆਂ ਨੇ, ਲੇਕਿਨ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਚੁਣਿਆ ਜਾਂਦਾ ਹੈ। ਕਦੀ ਇੱਕ ਢਾਡੀ ਨੂੰ ਚੁਣ ਲਿਆ, ਕਿਤੇ 5-7 ਸਾਲਾਂ ਬਾਅਦ ਕਿਤੇ ਰਾਗੀ ਦੀ ਵਾਰੀ ਆ ਗਈ ਜਾਂ ਕਵੀਸ਼ਰ ਦੀ ਵਾਰੀ ਆ ਗਈ। ਤਾਂ ਮੈਂ ਕਈ ਵਾਰੀ ਇਹ ਭਾਸ਼ਾ ਵਿਭਾਗ ਪੰਜਾਬ ਦੀ ਅਪੀਲ ਕੀਤੀ ਹੈ ਵੀ ਇਹ ਕਲਾਵਾਂ ਵਿੱਚੋਂ ਵੱਖਰਾ ਵੱਖਰਾ ਤੁਸੀਂ ਅਵਾਰਡ ਦਿਓ, ਢਾਡੀ ਨੂੰ ਵੱਖਰਾ ਦਿਓ, ਕਵੀਸ਼ਰ ਨੂੰ ਵੱਖਰਾ ਦਿਓ, ਰਾਗੀ ਨੂੰ ਵੱਖਰਾ ਦਿਓ। ਲੇਕਿਨ ਇਹਨਾਂ ਦੇ ਕੰਨ ਜਿਹੜੇ ਆ ਉਹ ਅਵੇਸਲੇ ਆ, ਇਹ ਸੁਣਦੇ ਨਹੀਂ। ਮੈਂ ਬਹੁਤ ਕੋਸ਼ਿਸ਼ ਕੀਤੀ ਆ ਵੀ ਇਹਨਾਂ ਤਿੰਨਾਂ ਵਿੱਚੋਂ ਤਿੰਨਾਂ ਨੂੰ ਇਨਾਮ ਦਿੱਤਾ ਜਾਵੇ, ਅਵਾਰਡ ਸਨਮਾਨ ਕੀਤਾ ਜਾਵੇ, ਤਾਂ ਕਿ ਹਰ ਢਾਡੀ ਦੇ ਮਨ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਮੇਰੀ ਝੋਲੀ ਵਿੱਚ ਵੀ ਇਹ ਅਵਾਰਡ ਕਿਵੇਂ ਪੈ ਸਕਦਾ, ਮੈਂ ਕਿਵੇਂ ਮਿਹਨਤ ਕਰਨੀ ਹੈ, ਕਿਵੇਂ ਲੋਕਾਂ ਦੇ ਵਿੱਚ ਆਪਣਾ ਇਤਿਹਾਸ ਪੇਸ਼ ਕਰਨਾ ਹੈ, ਕਿਵੇਂ ਨਾਂ ਕਮਾਉਣਾ ਹੈ। ਅਗਰ ਉਹਨੂੰ ਇਹ ਉਤਸ਼ਾਹ ਮਿਲੇਗਾ ਤਾਂ ਮੈਂ ਕਹਿੰਦਾ ਵੀ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਪੈ ਸਕਦਾ ਹੈ। ਬਿਲਕੁਲ ਜੀ, ਆਮ ਤੌਰ 'ਤੇ ਇਹ ਦੇਖਿਆ ਗਿਆ, ਮੈਂ ਬਹੁਤ ਵਾਰੀ ਇਹ ਮਹਿਸੂਸ ਕੀਤਾ ਕਿ ਕਿਸੇ ਸਮਾਗਮਾਂ ਦੇ ਉੱਪਰ ਢਾਡੀ ਨੂੰ ਸੱਦ ਲੈਂਦੇ ਆ, ਫਿਰ ਆਪ ਦੇ ਕੰਮ ਨਹੀਂ ਨਿਬੜਦੇ, ਢਾਡੀ ਉੱਧਰ ਵਾਰਾਂ ਗਾਉਣ ਡਏ ਹੁੰਦੇ ਆ ਇਕੱਲੇ ਹੀ। ਕਦੇ ਦਿਲ ਦੇ ਵਿੱਚ ਇਹ ਆਇਆ ਕਿ ਰੰਜ, ਕਿ ਗੁੱਸਾ, ਗਿਲਾ ਆਪਣੇ ਆਪ 'ਤੇ ਕਿ ਕੁਲਜੀਤ ਸਿਆਂ
ਬਾਪੂ ਨੇ ਤਾਂ ਜੋ ਕੰਮ ਕਰ ਦਿੱਤਾ ਬਹੁਤ ਵਧੀਆ ਕਰ ਦਿੱਤਾ ਹੈ ਕਿ ਸਾਨੂੰ ਇਸ ਲਾਈਨ ਤੇ ਨਹੀਂ ਸੀ ਆਉਣਾ ਚਾਹੀਦਾ? ਨਹੀਂ, ਇਸ ਤਰ੍ਹਾਂ ਨਹੀਂ। ਦੇਖੋ, ਮੈਂ ਇਹ ਕਹਿਣਾ ਹੁੰਦਾ ਵੀ ਜਦੋਂ ਅਸੀਂ ਕਿਸੇ ਕਲਾ ਨੂੰ ਸਮਰਪਿਤ ਹੋ ਗਏ ਨਾ, ਮੈਂ ਵੈਸੇ ਤੁਹਾਨੂੰ ਪਤਾ ਹੈ ਕਿ ਮੈਂ ਪਹਿਲਾਂ ਸਕੂਲ ਦੇ ਵਿੱਚ ਟੀਚਰ ਸੀ ਜੀ, ਫਿਰ ਮੈਂ ਬੈਂਕ ਦੀ ਵੀ ਜੌਬ ਕੀਤੀ 22 ਸਾਲ। ਫਿਰ ਮੈਂ ਇਹ ਢਾਡੀ ਕਲਾ ਜਦੋਂ ਮੈਨੂੰ ਸਮਝ ਲੱਗੀ ਵੀ ਇਹ ਕਲਾ ਕੈਸੀ ਹੈ ਤਾਂ ਫਿਰ ਮੈਂ ਪੂਰੀ ਤਰ੍ਹਾਂ ਇਹਨੂੰ ਸਮਰਪਿਤ ਹੋ ਗਿਆ। ਮੇਰੀਆਂ ਨਜ਼ਰਾਂ ਦੇ ਵਿੱਚ ਮੈਂ ਜਦੋਂ ਕੀਰਤਨ ਕਰਨ ਜਾਂਦਾ, ਭਾਵੇਂ ਮੇਰੇ ਅੱਗੇ 5 ਬੰਦੇ ਬੈਠੇ ਹੋਣ, ਭਾਵੇਂ 10 ਬੰਦੇ ਹੋਣ, ਪਰ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ, ਚਲੋ ਕੋਈ ਨਹੀਂ ਸੁਣਦਾ ਨਾ ਸੁਣੇ, ਮੇਰਾ ਗੁਰੂ ਤਾਂ ਸੁਣ ਰਿਹਾ ਨਾ, ਜਿਹਦੇ ਵਾਸਤੇ ਬਣੇ। ਲੇਕਿਨ ਮੈਂ ਉਨੀ ਜੋਸ਼ ਨਾਲ ਕੀਰਤਨ ਕਰਨਾ ਹੈ, ਭਾਵੇਂ 5 ਹੋਣ, ਭਾਵੇਂ 10 ਹੋਣ, ਭਾਵੇਂ 100 ਹੋਣ। ਅਸੀਂ ਆਪਣੀ ਕਲਾ ਦਾ ਜਿਹੜਾ ਫਨ ਮੁਜ਼ਾਹਰਾ ਹੈ ਉਸੇ ਤਰ੍ਹਾਂ ਕਰਨਾ ਹੈ ਜਿਵੇਂ ਅਸੀਂ ਕਰਦੇ ਹਾਂ, ਤਾਂ ਕਿ ਕਿਸੇ ਨੂੰ ਇਹ ਨਾ ਹੋਵੇ ਯਾਰ ਵੀ ਅੱਜ ਢਾਡੀ ਕੁਛ ਕਰਕੇ ਨਹੀਂ ਗਏ। ਪੂਰੀ ਆਪਣੀ ਮਿਹਨਤ ਨਾਲ ਜੋ ਤੁਸੀਂ ਸੁਣਾਉਣਾ ਚਾਹੁੰਦੇ ਆ ਸੁਣਾਓ ਜੀ। ਪਰ ਅਜੋਕਾ ਸਮਾਂ ਜਿਹੜਾ ਹੈ, ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਬਹੁਤ ਹੀ ਜ਼ਿਆਦਾ ਪ੍ਰੈਕਟੀਕਲ ਹੈ। ਅੱਜ ਦੇ ਬੱਚੇ ਚਾਹੁੰਦੇ ਨੇ ਕਿ ਪੈਸਾ ਹੋਵੇ, ਇੱਜ਼ਤ ਹੋਵੇ, ਮਾਣ ਹੋਵੇ, ਸ਼ੋਹਰਤ ਹੋਵੇ। ਕੀ ਹੁਣ ਬੱਚੇ ਜਿਹੜੇ ਨੇ ਉਹ ਗਾਇਕ ਬਣਨਾ ਚਾਹੁੰਦੇ ਨੇ ਜਾਂ ਫਿਰ ਢਾਡੀ ਕਲਾ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ? ਦੇਖੋ, ਵੈਸੇ ਮੇਰੇ ਹਿਸਾਬ ਨਾਲ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਦਾ ਵੀ ਬੱਚੇ ਉਹ ਢਾਡੀ ਬਣੋ, ਪਰ ਲੇਕਿਨ ਜਿਹੜੇ ਕੁਛ ਇੱਧਰ ਮਾਝੇ ਵਿੱਚ ਚਲੇ ਜਾਓ, ਇੱਧਰ ਅਜੇ ਥੋੜ੍ਹਾ ਬਹੁਤ ਰੁਝਾਨ ਉਹਨਾਂ ਵਿੱਚ ਹੀ ਹੈ ਜਿਹੜੇ ਢਾਡੀਆਂ ਦੇ ਬੱਚੇ ਨੇ। ਲੇਕਿਨ ਆਮ ਨੌਜਵਾਨ ਜਿਹੜਾ ਢਾਡੀ ਬਣਨ ਵਾਸਤੇ ਤਿਆਰ ਨਹੀਂ, ਉਹ ਜ਼ਿਆਦਾਤਰ ਕਲਾਕਾਰ ਬਣਨਾ ਲੋਚਦੇ, ਕਿਉਂਕਿ ਕਲਾਕਾਰੀ 'ਚ ਪੈਸਾ ਹੈ, ਸ਼ੋਹਰਤ ਹੈ। ਲੇਕਿਨ ਜਿਹੜਾ ਢਾਡੀ ਹੈ ਉਹਦੇ ਵਾਸਤੇ ਮਿਹਨਤ ਦੀ ਬਹੁਤ ਲੋੜ ਹੈ, ਸਿਰੜ ਦੀ ਵੀ ਲੋੜ ਹੈ, ਸਿਦਕ ਦੀ ਵੀ ਲੋੜ ਹੈ। ਇਹ ਹੌਲੀ ਹੌਲੀ ਕਦਮ ਬਾਈ ਕਦਮ ਤੁਹਾਨੂੰ ਤੁਰਨਾ ਪਵੇਗਾ। ਜੇ ਤੁਸੀਂ ਆਖੋ ਵੀ ਅੱਜ ਹੀ ਇੱਕੋ ਦਿਨ ਵਿੱਚ ਸ਼ੋਹਰਤ ਝੋਲੀ ਪੈ ਜਾਵੇ, ਇਹ ਨਹੀਂ ਹੋ ਸਕਦਾ। ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪਵੇ। ਜੀ, ਆਖਰੀ ਸਵਾਲ ਜਾਂਦਿਆਂ ਤੁਹਾਨੂੰ ਵੀ ਲੱਗੇਗਾ ਔਖਾ ਇਹਦਾ ਜਵਾਬ ਦੇਣਾ, ਪਰ ਜਵਾਬ ਅਸੀਂ ਜ਼ਰੂਰ ਚਾਹਾਂਗੇ। ਢਾਡੀ ਕਲਾ ਜਿੱਥੋਂ ਤੁਰੀ ਸੀ, ਜਿਸ ਮਟਕਣੀ ਤੋਰ ਦੇ ਵਿੱਚ ਤੋਰੀ ਸੀ ਜਾਂ ਤੁਰ ਪਈ ਸੀ, ਅੱਜ ਤੁਹਾਨੂੰ ਨਹੀਂ ਲੱਗਦਾ ਕਿ ਛੜੱਪੇ ਮਾਰਦੀ ਜਾ ਰਹੀ ਹੈ? ਨਾ ਸੁਣਨ ਵਾਲੇ ਨੂੰ ਸਵਾਦ, ਨਾ ਸੁਣਾਉਣ ਵਾਲੇ ਨੂੰ ਸਵਾਦ। ਅੱਜ ਇੱਥੇ ਢਾਡੀ ਕਲਾ ਦੇ ਵਿੱਚੋਂ ਢਾਡੀ ਕਲਾ ਮਨਫੀ ਹੋ ਗਈ ਆ, ਕੁਛ ਹੋਰ ਆ ਗਿਆ। ਬਿਲਕੁਲ, ਤੁਹਾਡੀ ਗੱਲ ਯੋਗੀ ਸਾਹਿਬ ਬਹੁਤ ਸਵਾਦਲਾ ਸਵਾਲ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਢਾਡੀ ਕਲਾ ਜਿੱਥੋਂ ਤੁਰੀ ਸੀ, ਸ਼ਾਇਦ ਇਹ ਢਾਡੀ ਕਲਾ ਥੋੜ੍ਹੀ ਜਿਹੀ ਅੱਗੇ ਵਧੀ ਵੀ ਹੋਵੇ। ਇਹਦੇ ਵਿੱਚ ਕੁਛ ਸਾਡਾ ਆਪਣਾ ਵੀ ਕਸੂਰ ਹੈ ਪਿਛਾਂਹ ਜਾਣ ਦੇ ਵਿੱਚ, ਕਿਉਂਕਿ ਅਸੀਂ ਲੋਕਾਂ ਨੇ ਢਾਡੀ ਵੰਨਗੀਆਂ ਗਾਉਣੀਆਂ ਛੱਡ ਦਿੱਤੀਆਂ, ਅਸੀਂ ਗੀਤ ਗਾਉਣ ਲੱਗ ਪਏ, ਅਸੀਂ ਨਿਵੇਕਲੇ ਇਤਿਹਾਸ ਵੱਲ ਸਾਡਾ ਬਿਲਕੁਲ ਤਵੱਜੋ ਨਹੀਂ। ਅੱਜ ਇਤਿਹਾਸ ਦੇ ਕੁਝ ਐਸੇ ਪੰਨੇ ਨੇ ਜਿਨ੍ਹਾਂ ਨੂੰ ਨਾ ਤੇ ਢਾਡੀਆਂ ਨਹੀਂ ਛੋਇਆ, ਨਾ ਕਿਸੇ ਕਵੀਸ਼ਰ ਨੇ ਛੋਹਣ ਦਾ ਯਤਨ ਕੀਤਾ, ਲੇਕਿਨ ਉਹਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ। ਅੱਜ ਇਤਿਹਾਸ ਸਾਡਾ ਇਤਨਾ ਪਿਆ ਹੈ ਵੀ ਜਿੰਨਾ ਵੀ ਕਹਿ ਲਓ ਵੀ ਭੰਡਾਰ ਹੈ ਜੀ, ਲੇਕਿਨ ਅਸੀਂ ਢਾਡੀ ਉਹੀ 5, 7, 10 ਪ੍ਰਸੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਵੀ। ਇਸ ਕਰਕੇ ਮੈਂ ਚਾਹੁੰਦਾ ਵੀ ਢਾਡੀ ਮਿਹਨਤ ਕਰਨ, ਢਾਡੀ ਸਟੇਜ 'ਤੇ ਪੂਰੀ ਤਿਆਰੀ ਕਰਕੇ ਆਉਣ ਤਾਂ ਕਿ ਲੋਕਾਂ ਵਿੱਚ ਆਸ਼ਾ ਹੋ ਸਕੇ। ਬਿਲਕੁਲ ਜੀ, ਅਸੀਂ ਵੀ ਚਾਹੁੰਦੇ ਹਾਂ ਕਿ ਇਸ ਢਾਡੀ ਕਲਾ ਨੂੰ ਸੁਣ ਕੇ ਸਾਡੇ ਦਰਸ਼ਕ ਵੀ ਆਸ਼ਾ ਕਰਨ ਕਿ ਜਦੋਂ ਕਿਤੇ ਸਮਾਗਮਾਂ ਦੇ ਵਿੱਚ ਅਸੀਂ ਢਾਡੀਆਂ ਨੂੰ ਸਰਵਣ ਕਰੀਏ ਤਾਂ ਸੱਚਮੁੱਚ ਸਾਡਾ ਮਨ ਬਾਗੋ ਬਾਗ ਹੋ ਜਾਵੇ, ਅੰਦਰ ਸਾਡੇ ਕੁਝ ਭਰਿਆ ਜਾਵੇ। ਔਰ ਅੱਜ ਗਿਆਨੀ ਕੁਲਜੀਤ ਸਿੰਘ ਦਿਲਬਰ ਹੋਣਾ ਨੇ ਬਹੁਤ ਕੁਝ ਸਾਡੇ ਅੰਦਰ ਭਰਿਆ। ਤੁਹਾਡਾ ਇਸ ਪ੍ਰੋਗਰਾਮ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਹੀ ਸਾਡੇ ਦਰਸ਼ਕ ਵੀ ਸਾਡੇ ਨਾਲ ਜੁੜੇ ਰਹਿਣਗੇ, ਕਿਉਂਕਿ ਅਸੀਂ ਅੱਜ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਮੁੜ ਵੀ ਕਰਦੇ ਰਵਾਂਗੇ। ਫਿਲਹਾਲ ਸਮਾਂ ਹੋ ਗਿਆ ਸਮਾਪਤ ਪੰਜਾਬੀ ਸੱਥ ਦਾ। ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।